ਵਾਹਿਗੁਰੂ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹੁ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ। ਹਰਿਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜਿਹੇ ਪਰਸੈ ਨਾਹਨ, ਤਿਹ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਿਹ ਨਰ ਕਾ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਸ੍ਰੀ ਮਾਤ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਸੰਗ। ਜੋਰਾਵਰ ਸਿੰਘ ਫਤਿਹ ਸਿੰਘ ਧਰਮ ਧਾਮ ਹੈ, ਗੁਰੂ ਸੰਗ ਵਿਛੜੇ ਸੋ ਸਰਸਾ ਕੇ ਜੰਗ ਆਏ। ਮਾਤਾ ਜੀ ਕੋ ਬਿਨੈ ਕਰੀ, ਗੰਗੂ ਪਾਪੀ ਖਾਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਪਿਆਰੇ ਖਾਲਸਾ ਜੀ, ਅੱਜ ਆਪਾਂ ਛੋਟੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਜੀ ਦੇ ਸਪੁੱਤਰ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਅਤੇ ਸਤਿਗੁਰਾਂ ਦੇ ਪੂਜਨੀਕ ਮਾਤਾ ਧੰਨ ਧੰਨ ਮਾਤਾ ਗੁਜਰ ਕੌਰ ਜੀ, ਤਿੰਨਾਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਸਾਂਝੀ ਕਰਾਂਗੇ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਜਿਵੇਂ ਸਰਸਾ ਦੇ ਘਾਟ ਤੋਂ ਜਦੋਂ 6 ਪੋਹ ਦੀ ਰਾਤ ਨੂੰ ਸਤਿਗੁਰਾਂ ਨੇ ਸਿੰਘਾਂ ਸਮੇਤ ਆਨੰਦਪੁਰ ਸਾਹਿਬ ਤਿਆਗਿਆ, ਆਨੰਦਪੁਰ ਸਾਹਿਬ ਛੱਡਿਆ। ਅੱਗੇ 7 ਪੋਹ ਦਾ ਦਿਨ ਚੜ੍ਹਨਾ ਸੀ, 6 ਪੋਹ ਦੀ ਰਾਤ ਸਮਾਪਤ ਹੋਣੀ ਹੈ। ਇਹ 7 ਪੋਹ ਦੇ ਦਿਨ ਦੇ ਚੜ੍ਹਾਅ ਦੇ ਨਾਲ ਜਦੋਂ ਸਰਸਾ ਪਾਰ ਕੀਤੀ ਹੈ ਤਾਂ ਉਸ ਵੇਲੇ ਸਤਿਗੁਰੂ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਪਿਛਲਾ ਇਤਿਹਾਸ ਆਪਾਂ ਸਾਰਾ ਪਿੱਛੇ ਸਰਵਣ ਕੀਤਾ ਹੈ। ਇੱਕ ਪਾਸੇ ਕਲਗੀਧਰ ਪਾਤਸ਼ਾਹ 40 ਸਿੰਘ ਵੱਡੇ ਸਾਹਿਬਜ਼ਾਦੇ, ਦੂਜੇ ਪਾਸੇ ਗੁਰੂ ਸਾਹਿਬ ਜੀ ਦੀਆਂ ਧਰਮ ਪਤਨੀਆਂ ਸਾਡੇ ਸਤਿਕਾਰਯੋਗ ਮਾਤਾ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਭਾਈ ਮਣੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ ਗਏ ਤੇ ਤੀਜੇ ਪਾਸੇ ਛੋਟੇ ਸਾਹਿਬਜ਼ਾਦੇ ਤੇ ਦਾਦੀ ਮਾਤਾ ਮਾਤਾ ਗੁਜਰੀ ਜੀ ਨਾਲ ਹੈ। ਇੱਥੋਂ ਆਪਾਂ ਇਤਿਹਾਸ ਦੀ ਆਰੰਭਤਾ ਕਰਦੇ ਹਾਂ। ਇਹ 1704 ਈਸਵੀ ਸਨ ਹੈ ਤੇ 1761 ਬਿਕਰਮੀ ਸੰਮਤ ਹੈ। ਹੁਣ 2020 ਚੱਲ ਰਿਹਾ ਹੈ। ਅੱਜ 12 ਪੋਹ ਦਾ ਦਿਨ ਹੈ, ਕੱਲ੍ਹ ਨੂੰ 13 ਪੋਹ ਦਾ ਦਿਹਾੜਾ ਹੈ। 27 ਦਸੰਬਰ ਹੈ ਸਵੇਰੇ, 13 ਪੋਹ ਦਾ ਦਿਨ ਹੈ ਜਿਸ ਦਿਨ ਸਾਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ। ਅੱਜ ਤੋਂ 316 ਸਾਲ ਪਹਿਲਾਂ ਦੀ ਇਹ ਘਟਨਾ ਹੈ।
ਇਹ ਸਤਿਗੁਰਾਂ ਦਾ ਔਰ ਸਾਹਿਬਜ਼ਾਦਿਆਂ ਦਾ ਪਵਿੱਤਰ ਇਤਿਹਾਸ ਹੈ। ਸ਼ਰਧਾ ਭਾਵਨਾ ਸਹਿਤ ਕਲਗੀਧਰ ਪਾਤਸ਼ਾਹ ਜੀ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਨਮਸਕਾਰ ਕਰਦਿਆਂ ਹੋਇਆਂ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿੱਤ ਸ੍ਰੀ ਮਾਤ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਸੰਗ। ਪੂਜਨੀਕ ਮਾਤਾ ਗੁਜਰੀ ਜੀ ਦੇ ਨਾਲ ਕਲਗੀਧਰ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਹਨ। ਜੋਰਾਵਰ ਸਿੰਘ ਫਤਿਹ ਸਿੰਘ ਧਰਮ ਧਾਮ ਹੈ। ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਜੋ ਧਰਮ ਦਾ ਘਰ ਹਨ। ਗੁਰੂ ਸੰਗ ਵਿਛੜੇ ਸੋ ਸਰਸਾ ਕੇ ਜੰਗ ਆਏ। ਜਦੋਂ ਸਰਸਾ ਪਾਰ ਕੀਤੀ ਹੈ, ਉੱਤੋਂ ਮੀਂਹ ਪੈ ਰਿਹਾ ਸੀ, ਬਿਜਲੀ ਲਿਸ਼ਕ ਰਹੀ ਸੀ, ਜੰਗ ਹੋ ਰਿਹਾ ਸੀ। ਫੌਜ ਚੜ੍ਹ ਕੇ ਆਈ ਅੱਗੇ, ਸਰਸਾ ਨਦੀ ਚੜ੍ਹੀ ਹੋਈ। ਜਦੋਂ ਸਰਸਾ ਪਾਰ ਕੀਤੀ ਹੈ, ਉਸ ਵੇਲੇ ਗੁਰੂ ਸਾਹਿਬ ਜੀ ਦੇ ਨਾਲੋਂ ਵਿਛੜ ਗਏ ਸਨ ਸਰਸਾ ਦੇ ਘਾਟ ਤੇ। ਮਾਤਾ ਜੀ ਕੋ ਬਿਨੈ ਕਰੀ ਗੰਗੂ ਪਾਪੀ ਖਾਮ ਹੈ। ਮਾਤਾ ਜੀ ਨੂੰ ਬੇਨਤੀ ਕੀਤੀ। ਗੰਗੂ ਬ੍ਰਾਹਮਣ ਨੇ, ਜੋ ਕਚਿਆਈ ਵਾਲਾ ਪਾਪੀ ਹੈ, ਗੰਗੂ ਪਾਪੀ, ਉਸਨੇ ਬੇਨਤੀ ਕੀਤੀ ਕਿ ਮਾਤਾ ਜੀ ਮੇਰਾ ਨਗਰ ਇੱਧਰ ਹੈ, ਖੇੜੀ ਪਿੰਡ, ਜਿਹਨੂੰ ਸਹੇੜੀ ਵੀ ਕਹਿ ਦਿੰਦੇ ਆ, ਮੈਂ ਤੁਹਾਨੂੰ ਆਪਣੇ ਪਿੰਡ ਲੈ ਜਾਂਦਾ। ਇਸੇ ਤਰ੍ਹਾਂ ਜਿਵੇਂ ਹੌਲੀ ਹੌਲੀ ਖੋਜ ਹੋਈ, ਅਸਥਾਨ ਕਾਇਮ ਹੋਏ, ਫਿਰ ਇੱਥੇ ਸਰਸਾ ਨਦੀ ਦੇ ਕੰਢੇ ਤੇ ਇੱਕ ਕੁੰਮੇ ਮਾਸ਼ਕੀ ਨਾਮ ਦਾ ਜੋ ਪ੍ਰਾਣੀ ਰਹਿੰਦਾ ਸੀ, ਉਸ ਦੀ ਛੰਨ ਦੇ ਵਿੱਚ, ਉਸ ਦੀ ਝੋਪੜੀ ਵਿੱਚ 7 ਪੋਹ ਦੀ ਰਾਤ ਸਾਹਿਬਜ਼ਾਦੇ ਤੇ ਮਾਤਾ ਜੀ ਨੇ ਬਤੀਤ ਕੀਤੀ। ਉੱਥੇ ਇੱਕ ਲక్ష్ਮੀ ਨਾਮ ਦੀ ਬ੍ਰਾਹਮਣੀ ਵੀ ਸੀ, ਜਿਸ ਨੇ ਮਾਤਾ ਜੀ ਦੀ ਸੇਵਾ ਕੀਤੀ। ਮਾਤਾ ਜੀ ਨੇ ਕੁਝ ਚੂੜੀਆਂ, ਸੋਨੇ ਦੀਆਂ ਚੂੜੀਆਂ, ਜ਼ਿਕਰ ਆਇਆ ਇਤਿਹਾਸ ਵਿੱਚ, ਸੋਨੇ ਦੇ ਕੰਗਣ ਕਹਿ ਲਓ, ਤਾਂ ਇਸੇ ਤਰ੍ਹਾਂ 5 ਮੋਹਰਾਂ, ਉਹਨੂੰ ਹੁਣ ਸਤਿਕਾਰ ਨਾਲ ਆਪਾਂ ਬਾਬਾ ਜੀ ਕਵਾਂਗੇ, ਜਿਸ ਨੇ ਮਾਤਾ ਜੀ ਦੀ ਤੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ। ਬਾਬਾ ਕੁੰਮਾ ਮਾਸ਼ਕੀ ਜੀ ਤੇ ਸ੍ਰੀ ਲక్ష్ਮੀ ਜੀ, ਲక్ష్ਮੀ ਬ੍ਰਾਹਮਣੀ, ਉਹਨਾਂ ਨੂੰ ਮਾਤਾ ਜੀ ਨੇ ਉਹ ਗਜਰੇ ਅਤੇ ਕੁਝ ਸੋਨੇ ਦੀਆਂ ਮੋਹਰਾਂ ਵੀ ਦਿੱਤੀਆਂ, ਜਿਨ੍ਹਾਂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਉੱਥੇ ਇੱਕ ਰਾਤ ਸੇਵਾ ਕੀਤੀ। 7 ਪੋਹ ਦੀ ਰਾਤ ਇੱਥੇ ਰਹੇ ਹਨ। ਫਿਰ ਅੱਗੇ 8 ਪੋਹ ਨੂੰ ਆਪਣੇ ਪਿੰਡ ਖੇੜੀ ਲੈ ਜਾਂਦਾ ਹੈ ਗੰਗੂ ਬ੍ਰਾਹਮਣ। 8 ਪੋਹ ਦੀ ਰਾਤ ਉਹਦੇ ਘਰੇ ਰਹਿੰਦੇ ਹਨ ਸਾਹਿਬਜ਼ਾਦੇ ਤੇ ਮਾਤਾ ਜੀ ਖੇੜੀ ਪਿੰਡ ਦੇ ਵਿੱਚ। ਫਿਰ ਉਹ ਲੁਭਾਇਮਾਨ ਹੋ ਜਾਂਦਾ ਹੈ, ਮਰਿੰਡੇ ਜਾ ਕਰਕੇ ਦੱਸਦਾ ਹੈ। ਜਾਨੀ ਖਾਂ ਮਾਨੀ ਖਾਂ ਉੱਥੋਂ ਦੇ ਥਾਣੇਦਾਰ ਆਉਂਦੇ ਹਨ ਤੇ ਉਹ 9 ਪੋਹ ਨੂੰ ਖੇੜੀ ਤੋਂ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮਰਿੰਡੇ ਕੋਤਵਾਲੀ ਵਿੱਚ ਲੈ ਕੇ ਆਉਂਦੇ ਥਾਣੇ ਦੇ ਵਿੱਚ। 9 ਪੋਹ ਦੀ ਰਾਤ ਕੋਤਵਾਲੀ ਦੇ ਵਿੱਚ ਮਾਤਾ ਜੀ ਤੇ ਸਾਹਿਬਜ਼ਾਦੇ ਰਹਿੰਦੇ ਹਨ। 10 ਪੋਹ ਨੂੰ ਇੱਥੋਂ ਫਿਰ ਸਰਹੰਦ ਖਬਰ ਭੇਜ ਕੇ ਸਾਹਿਬਜ਼ਾਦਿਆਂ ਨੂੰ ਸਰਹੰਦ ਲੈ ਕੇ ਜਾਇਆ ਜਾਂਦਾ ਹੈ। ਤੇ ਫਿਰ 3 ਰਾਤਾਂ, 10 ਪੋਹ ਦੀ ਰਾਤ, 11 ਪੋਹ ਦੀ ਰਾਤ, 12 ਪੋਹ ਦੀ ਰਾਤ, ਇਹ 3 ਰਾਤਾਂ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ, ਸਰਹੰਦ ਦੇ ਉਹ ਠੰਡੇ ਬੁਰਜ ਵਿੱਚ ਰਹਿੰਦੇ ਹਨ। ਤੇ 13 ਪੋਹ ਨੂੰ ਫਿਰ ਸਾਹਿਬਜ਼ਾਦੇ ਤੇ ਮਾਤਾ ਜੀ ਦੀ ਸ਼ਹਾਦਤ ਹੁੰਦੀ ਹੈ। ਖੇੜੀ ਪਿੰਡ ਲੈ ਗਿਆ ਖੱਚਰ ਚੁਰਾਈ ਦਾਮ। ਗੰਗੂ ਬ੍ਰਾਹਮਣ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ 7 ਪੋਹ ਦੀ ਰਾਤ ਤੋਂ ਅਗਲੇ ਦਿਨ 8 ਪੋਹ ਨੂੰ ਆਪਣੇ ਪਿੰਡ ਖੇੜੀ ਲੈ ਗਿਆ। 8 ਪੋਹ ਦੀ ਰਾਤ ਇਹਦੇ ਘਰ ਵਿੱਚ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਬਤੀਤ ਕੀਤੀ ਹੈ। ਪਰ ਰਾਤ ਨੂੰ ਲੁਭਾਇਮਾਨ ਹੋ ਗਿਆ, ਮੋਹਰਾਂ ਚੁੱਕ ਲਈਆਂ। ਮਾਤਾ ਜੀ ਨੇ ਵੇਖ ਵੀ ਲਿਆ
ਇਸ ਨੂੰ ਸਮਝਾਇਆ ਵੀ ਕੋਈ ਗੱਲ ਨਹੀਂ, ਜੇ ਤੂੰ ਮੋਹਰਾਂ ਲੈ ਲਈਆਂ ਤੇ ਇਹ ਮੋਹਰਾਂ ਨਾਲੋਂ ਕੀਮਤੀ ਮੇਰੇ ਲਾਲ ਹਨ, ਮੇਰੇ ਪੋਤਰੇ, ਵੇਖੀ ਬਾਹਰ ਕਿਸੇ ਨੂੰ ਦੱਸੀ ਨਾ, ਖਬਰ ਨਾ ਕਰੀ। ਪਰ ਇਹਦੇ ਮਨ ਵਿੱਚ ਲਾਲਚ ਸੀ ਵੀ ਇਹ ਮੋਹਰਾਂ ਤੇ ਹੁਣ ਮਿਲ ਗਈਆਂ ਤੇ ਹੁਣ ਮੈਂ ਸਰਕਾਰ ਨੂੰ ਦੱਸ ਕੇ ਉਧਰੋਂ ਵੀ ਇਨਾਮ ਪ੍ਰਾਪਤ ਕਰਾਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਨੂੰ ਤੁਸੀਂ ਲੱਭਦੇ ਫਿਰਦੇ ਹੋ, ਗ੍ਰਿਫਤਾਰ ਕਰਨਾ ਚਾਹੁੰਦੇ ਹੋ, ਉਸ ਸਤਿਗੁਰੂ ਜੀ ਦੇ ਪੁੱਤਰ ਤੇ ਉਹਨਾਂ ਦੇ ਮਾਤਾ ਜੀ ਮੇਰੇ ਘਰ ਵਿੱਚ ਵਾ। ਮਾਤਾ ਜੀ ਨੇ ਬੜਾ ਸਮਝਾਇਆ ਪਰ ਪਾਪੀ ਸਮਝਿਆ ਨਾ। ਥਾਣੇਦਾਰ ਆਣ ਕਰ ਮਰਿੰਡੇ ਜੋ ਗ੍ਰਾਮ ਹੈ, ਮਰਿੰਡੇ ਪਿੰਡ ਆਇਆ ਤੇ ਉੱਥੇ ਆ ਕਰਕੇ ਉੱਥੋਂ ਦੇ ਥਾਣੇਦਾਰ ਨੂੰ ਇਤਲਾਹ ਦੇ ਦਿੱਤੀ। ਉਹ ਜਾਨੀ ਖਾਂ ਮਾਨੀ ਖਾਂ ਰੰਗੜ ਉਹ ਥਾਣੇਦਾਰ ਗਏ, ਮਾਤਾ ਸਾਹਿਬਜ਼ਾਦੇ ਸੰਗ ਸਰਹੰਦ ਲੈ ਗਏ ਝੱਬ, ਉੱਥੋਂ ਗ੍ਰਿਫਤਾਰ ਕਰਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਲੈ ਆਏ ਔਰ ਲਿਆ ਕਰਕੇ ਮਰਿੰਡੇ ਕੋਤਵਾਲੀ ਵਿੱਚ ਕੈਦ ਕੀਤਾ ਗਿਆ। ਇਹ ਗੰਗੂ ਪਾਪੀ ਨੇ ਪਾਪ ਕਮਾਇਆ, ਲਾਲਚ ਕਿੰਨੀ ਬੁਰੀ ਬਲਾ ਹੈ। ਗਰੀਬ ਨਵਾਜ਼ ਸਾਹਿਬ ਜੀ ਨੇ ਲੋਭ ਦਾ ਜ਼ਿਕਰ ਕੀਤਾ ਜਦੋਂ ਪੰਚਮ ਪਾਤਸ਼ਾਹ ਨੇ ਅੰਮ੍ਰਿਤ ਬਾਣੀ 'ਚ। ਮਹਾਰਾਜ ਕਹਿੰਦੇ ਜਦੋਂ ਮਨੁੱਖ ਦੇ ਅੰਦਰ ਲੋਭ ਪ੍ਰਵਿਰਤ ਹੋ ਜਾਂਦਾ ਹੈ ਤੇ ਫਿਰ ਲੋਭ ਕਿਸੇ ਦਾ ਲਿਹਾਜ਼ ਨਹੀਂ ਰੱਖਣ ਦਿੰਦਾ। ਨਾ ਲੋਭ, ਨਾ ਲੋਭੀ ਪੁਰਸ਼ ਮਾਤਾ ਦਾ ਸਕਾ, ਨਾ ਪਿਤਾ ਦਾ, ਨਾ ਭੈਣ ਭਾਈਆਂ ਦਾ ਸਕਾ, ਨਾ ਸੱਜਣਾ ਮਿੱਤਰਾਂ ਦਾ। ਇੱਥੋਂ ਤੀਕ ਗੁਰਬਾਣੀ 'ਚ ਮਹਾਰਾਜ ਨੇ ਕਹਿ ਦਿੱਤਾ ਕਿ ਆਪਣੇ ਇਸ਼ਟ ਦਾ ਵੀ ਨਹੀਂ ਸਕਾ ਰਹਿੰਦਾ ਜਦੋਂ ਲੋਭ ਆ ਜਾਂਦਾ ਹੈ। ਜਿਸ ਨੂੰ ਮੱਥਾ ਟੇਕਦਾ ਹੈ ਨਾ, ਜਿਸ ਨੂੰ ਗੁਰੂ ਮੰਨਦਾ ਹੈ, ਜਦੋਂ ਲੋਭ ਦੇ ਡਿੱਕੇ ਚੜ੍ਹ ਜਾਂਦਾ ਮਨੁੱਖ ਤੇ ਫਿਰ ਕਿਸੇ ਦਾ ਸਕਾ ਨਹੀਂ ਰਹਿੰਦਾ। ਸੰਸਾਰ ਵਿੱਚ ਲੋਭ ਦੇ ਗਰਸੇ ਜੀਵ ਕਈ ਆਪਣੇ ਪਿਤਾ ਦਾ ਕਤਲ ਕਰ ਦਿੰਦੇ, ਕਈ ਮਾਤਾ ਦਾ ਕਤਲ ਕਰ ਦਿੰਦੇ, ਕਈ ਭੈਣਾਂ ਦਾ, ਕਈ ਭਰਾਵਾਂ ਦਾ, ਕਈ ਪੁੱਤਰਾਂ ਦਾ, ਕਈ ਧੀਆਂ ਦਾ। ਲੋਭ ਦੇ ਵਿੱਚ ਆ ਕਰਕੇ ਆਪਣੇ ਗੁਰੂ ਨੂੰ ਵੀ ਭੁੱਲ ਜਾਂਦਾ ਮਨੁੱਖ। ਇੱਕ ਮਹਾਂਪੁਰਖ ਦਾ ਬਚਨ ਹੈ, ਉਹ ਕਹਿੰਦਾ ਹੈ ਸਵਾਰਥ ਦੇ ਸਮੇਂ ਮੁੱਖ ਹੋਰ ਹੁੰਦਾ ਹੈ ਲੋਭੀਆਂ ਦਾ, ਸਵਾਰਥ ਸਰੇ ਦੇ ਪਿੱਛੋਂ ਹੁੰਦਾ ਹੈ ਮੁੱਖ ਹੋਰ ਹੋਰ। ਸਵਾਰਥ ਦੇ ਸਮੇਂ ਜਿਹਨੂੰ ਆਖਦੇ ਧਰਮ ਪੁੱਤ, ਸਵਾਰਥ ਸਰੇ ਦੇ ਪਿੱਛੋਂ ਕਹਿੰਦੇ ਠੱਗ ਚੋਰ ਚੋਰ। ਸਵਾਰਥ ਦੇ ਸਮੇਂ ਬਣ ਬਗਲੇ ਭਗਤ ਜਾਂਦੇ, ਸਵਾਰਥ ਸਾਰੇ ਦੇ ਪਿੱਛੋਂ ਹੁੰਦੇ ਜਾਣ ਖੋਰ ਖੋਰ। ਲੋਭੀਆਂ ਦੇ ਜਾਲ ਵਿੱਚੋਂ ਬਚਿਓ ਬ੍ਰਹਮਦੇਵ, ਸੱਪ ਵੀ ਖਾ ਜਾਂਦੇ ਹੁੰਦੇ ਵੇਖਣ 'ਚ ਮੋਰ ਮੋਰ। ਮੋਰ ਜਿਹੜਾ ਵਾ ਵੇਖਣ ਨੂੰ ਬੜਾ ਸੋਹਣਾ ਹੁੰਦਾ ਪਰ ਸੱਪ ਨੂੰ ਖਾ ਜਾਂਦਾ ਮੋਰ। ਖੰਭ ਬੜੇ ਸੋਹਣੇ ਮੋਰ ਦੇ ਪਰ ਖੁਰਾਕ ਉਹਦੀ ਸੱਪ ਵੀ ਆ, ਸੱਪ ਵੀ ਖਾ ਜਾਂਦਾ। ਕਹਿੰਦਾ ਬਾਹਰੋਂ ਵੇਖ ਕਰਕੇ ਕਿਸੇ ਦੇ ਉੱਤੇ ਪਸੀਜਿਓ ਨਾ, ਲੋਭੀ ਪੁਰਸ਼ ਜਿਹੜਾ ਉਹ ਕਿਸੇ ਦਾ ਸਕਾ ਨਹੀਂ ਹੁੰਦਾ। ਗੁਰਬਾਣੀ 'ਚ ਸਤਿਗੁਰਾਂ ਨੇ ਆਖਿਆ ਲੋਭੀ ਕਾ ਵਿਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਵੀ ਲੋਭੀ ਪੁਰਸ਼ ਦੇ ਵਿਸ਼ਵਾਸ ਨਾ ਕਰੋ। ਇਹ ਲੋਭੀ ਨੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਕੈਦ ਕਰਵਾ ਦਿੱਤਾ। ਮਰਿੰਡੇ ਇੱਕ ਰਾਤ ਰੱਖ ਕੇ ਕੋਤਵਾਲੀ ਦੇ ਵਿੱਚ ਮਾਤਾ ਸਾਹਿਬਜ਼ਾਦੇ ਸੰਗ ਸਰਹੰਦ ਲੈ ਗਏ ਝੱਬ, ਕੈਦ ਕਰੇ ਬੁਰਜ ਬੰਦ ਬੁਰਾ ਕੀਆ ਕਾਮ ਹੈ। ਫਿਰ ਸਰਹੰਦ ਲੈ ਗਏ ਤੇ ਸਰਹੰਦ ਠੰਡੇ ਬੁਰਜ ਵਿੱਚ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਬੰਦ ਕਰ ਦਿੱਤਾ, ਕੈਦ ਕਰ ਦਿੱਤਾ, ਬੁਰਜ ਦੇ ਉੱਤੇ ਚੜਾ ਦਿੱਤਾ। ਉਹ ਬੁਰਜ ਜਿਹੜਾ ਸੀ ਨਾ, ਉਹ ਸਰਹੰਦ ਦੇ ਸੂਬੇ ਨੇ ਗਰਮੀਆਂ ਦੇ ਵਿੱਚ ਠੰਡ ਪ੍ਰਾਪਤ ਕਰਨ ਵਾਸਤੇ ਬਣਾਇਆ ਸੀ। ਚਾਰ ਚਫੇਰਿਓਂ ਖੁੱਲ੍ਹੀਆਂ ਹਵਾਵਾਂ ਆਉਂਦੀਆਂ ਸੀ ਬੁਰਜ ਦੇ ਪਿਛਲੇ ਪਾਸਿਓਂ। ਪਾਣੀ ਜਿਹੜਾ ਸੀ ਉਹ ਪਿੱਛੋਂ ਨਹਿਰ ਦਾ ਲਿਆਂਦਾ ਹੋਇਆ ਸੀ, ਨਾਲਾ, ਨਾਲ ਦੀ ਖਹਿ ਕੇ ਪਾਣੀ ਵਗਦਾ ਸੀ ਬੁਰਜ ਦੇ, ਤੇ ਬੁਰਜ ਬੜਾ ਉੱਚਾ ਤੇ ਚਾਰ ਚਫੇਰਿਓਂ ਹਵਾ। ਤੇ ਜਿੱਥੇ ਗਰਮੀ 'ਚ ਜੇਠ ਹਾੜ ਦੇ ਮਹੀਨੇ ਦੇ ਵਿੱਚ ਹਵਾਵਾਂ ਆਉਣ ਵਾਸਤੇ, ਉੱਥੇ ਠੰਡ ਪ੍ਰਾਪਤ ਕਰਨ ਵਾਸਤੇ ਉਹ ਬੁਰਜ ਬਣਾਇਆ ਸੀ। ਤੇ ਉਹ ਪੋਹ ਦੀਆਂ ਰਾਤਾਂ ਉੱਥੇ ਕਿਹੋ ਜਿਹੀ ਕਹਿਰਾਂ ਦੀ ਠੰਡ ਹੋਵੇਗੀ। ਫਿਰ ਥੱਲੇ ਵਿਛਾਉਣ ਵਾਸਤੇ ਕੁਝ ਨਹੀਂ, ਉੱਤੇ ਲੈਣ ਵਾਸਤੇ ਕੁਝ ਨਹੀਂ, ਖਾਣ ਪੀਣ ਵਾਸਤੇ ਕੁਝ ਨਹੀਂ।
पर इन्हां दिनां दे विच उस गुरु के लाल नूं ही चेते कीता जांदा है, बाबा मोती राम जी नूं, जिसने इन्हां रातां विच 3 रातां विच माता जी ते साहिबजादिਆਂ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ। ਮਾਤਾ ਜੀ ਭਾਵੇਂ ਉਸ ਨੂੰ ਰੋਕਦੇ ਸਨ ਕਿ ਵੇ ਮੋਤੀਆ ਤੈਨੂੰ ਫੜ ਲੈਣਗੇ ਸਿਪਾਹੀ, ਪਰ ਆਖਿਆ ਮਾਤਾ ਜੀ ਨਹੀਂ, ਤੁਸੀਂ ਦੁੱਧ ਛਕੋ ਤੇ ਇਹਨਾਂ ਬੱਚਿਆਂ ਨੂੰ ਵੀ ਛਕਾਓ, ਕੋਈ ਗੱਲ ਨਹੀਂ ਹੈ। ਉਹ ਸਿਪਾਹੀਆਂ ਨੂੰ ਲਾਲਚ ਦੇ ਕੇ, ਕੋਈ ਘਰੋਂ ਪੈਸਾ ਗਹਿਣੇ ਘਰ ਵਾਲੀ ਦੇ ਦੇ ਕੇ ਉਹਨੇ ਗੁਰੂ ਕੇ ਪੁੱਤਰਾਂ ਨੂੰ ਦੁੱਧ ਪਿਆਇਆ। ਜਦੋਂ ਬਾਅਦ 'ਚ ਸਮਾਂ ਆਉਣ 'ਤੇ ਪਤਾ ਲੱਗਾ ਸੀ ਸਰਹੰਦ ਦੇ ਸੂਬੇ ਨੂੰ, ਉਹਨੇ ਬਾਬੇ ਮੋਤੀ ਰਾਮ ਮਹਿਰਾ ਜੀ ਦਾ ਸਾਰਾ ਪਰਿਵਾਰ ਕੋਲੂ ਥਾਣੀ ਪੀੜ ਕੇ ਨਿਚੋੜ ਕੇ ਖਤਮ ਕਰ ਦਿੱਤਾ ਸੀ ਵੀ ਤੂੰ ਬਾਗੀ ਗੁਰੂ ਦੇ ਪੁੱਤਰਾਂ ਨੂੰ ਦੁੱਧ ਪਿਆਇਆ। ਇਸ ਤਰ੍ਹਾਂ ਹੁਣ ਉਸ ਠੰਡੇ ਬੁਰਜ ਵਿੱਚ ਮਾਤਾ ਜੀ ਤੇ ਸਾਹਿਬਜ਼ਾਦੇ ਨੂੰ ਬੰਦ ਕੀਤਾ। ਲਾਏ ਕੇ ਕਚਹਿਰੀ ਤੁਰਕਾਨ ਸਭ ਹੋਏ ਇਕੱਠਾ, ਆਏ ਕੇ ਵਜੀਦਾ ਝੂਠਾ ਆਨੰਦ ਸੰਗ ਲੀਨ ਹੈ। ਕਚਹਿਰੀ ਲੱਗ ਗਈ 11 ਪੋਹ ਨੂੰ, ਸਾਰਾ ਤੁਰਕਾਨਾ ਇਕੱਠਾ ਹੋਇਆ, ਵਜੀਦਾ ਆ ਕੇ ਬੈਠਾ ਹੈ ਤੇ ਝੂਠਾ ਆਨੰਦ ਵੀ ਉਹਦੇ ਨਾਲ ਹੈ। ਹੁਣ ਜਿਹਦਾ ਨਾਂ ਸੁੱਚਾ ਆਨੰਦ ਸੀ, ਪਰ ਸਾਡੇ ਗੁਰਸਿੱਖ ਇਤਿਹਾਸਕਾਰਾਂ ਨੇ ਇਹਨੂੰ ਝੂਠਾ ਆਨੰਦ ਲਿਖਿਆ ਵੀ ਇਹਦੇ ਕੰਮ ਸੁੱਚੇ ਨਹੀਂ, ਨਾ ਸੱਚੇ ਨਾ ਸੁੱਚੇ। ਇਸ ਕਰਕੇ ਝੂਠਾ ਅੱਤ ਦਾ ਝੂਠਾ ਬੰਦਾ, ਇਹਨੂੰ ਝੂਠਾ ਆਨੰਦ ਲਿਖਿਆ। ਨਾ ਇਹਦਾ ਸੁੱਚਾ ਸੀ, ਪਰ ਜੇ ਸੁੱਚਾ ਆਨੰਦ ਵਾਲੇ ਕੰਮ ਕਰਦਾ ਤੇ ਇਹਨੂੰ ਸੁੱਚਾ ਕਹਿਣਾ ਸੀ। ਸੁਚਿਆਈ ਇਹਦੇ 'ਚ ਹੈ ਹੀ ਕੋਈ ਨਹੀਂ ਸੀ, ਨਾ ਸਚਿਆਈ, ਨਾ ਸੱਚ, ਨਾ ਸੁੱਚ। ਝੂਠ ਤੇ ਝੂਠ ਸੀ ਇਹਦੇ ਵਿੱਚ, ਇਸ ਕਰਕੇ ਇਹਨੂੰ ਝੂਠਾ ਆਨੰਦ ਇੱਥੇ ਲਿਖਿਆ ਗੁਰਮੁਖਾਂ ਨੇ। ਉਹ ਝੂਠਾ ਆਨੰਦ ਵੀ, ਸੁੱਚਾ ਆਨੰਦ ਜਿਹਦਾ ਨਾਂ ਸੀ, ਉਹ ਵੀ ਵਿੱਚ ਬੈਠਾ ਹੈ। ਗੁਰੂ ਸੁਤ ਬੋਲ ਲੀਨ ਫਤਿਹ ਹੈ ਗਜਾਈ, ਆਏ ਹੋ ਗਏ ਹੈਰਾਨ ਪੇਖ ਨਿਡਰ ਪ੍ਰਵੀਨ ਹੈ। ਗੁਰੂ ਕੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਪਾਸੋਂ ਸਿਪਾਹੀ ਲੈ ਕੇ ਆਏ ਠੰਡੇ ਬੁਰਜ ਦੇ ਵਿੱਚੋਂ। ਕਚਹਿਰੀ ਵਿੱਚ ਆਏ ਤੇ ਧੰਨ ਬਾਬਾ ਜੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ, ਉਹਨਾਂ ਆਮੋ ਸਾਹਮਣੇ ਖਲੋ ਕੇ ਨਾ ਕਚਹਿਰੀ ਦੇ ਵਿੱਚ ਤੇ ਗੱਜ ਕੇ ਫਤਿਹ ਬੁਲਾਈ। ਆਖਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਾਟਾ ਛਾ ਗਿਆ ਸਾਰੀ ਕਚਹਿਰੀ 'ਚ। ਸਾਰੇ ਹੈਰਾਨ ਹੋ ਗਏ ਵੀ ਏਡੇ ਨਿਡਰ, ਏਡੇ ਪ੍ਰਵੀਨ ਹੈ ਗੁਰੂ ਕੇ ਸਾਹਿਬਜ਼ਾਦੇ। ਵੇਖੋ ਇੱਕ ਇੱਕ ਗੱਲ ਤੋਂ ਸਿੱਖਿਆ ਮਿਲਦੀ ਵੀ 7 ਤੇ 9 ਸਾਲ ਦੇ ਸੀ ਛੋਟੇ ਛੋਟੇ ਗੁਰੂ ਕੇ ਸਾਹਿਬਜ਼ਾਦੇ। ਉਹ ਗੱਜ ਗੱਜ ਕੇ ਫਤਿਹ ਬੁਲਾਉਂਦੇ, ਦਸਤਾਰਾਂ ਸਜਾਈਆਂ ਹੋਈਆਂ। ਤੇ ਅਸੀਂ ਕਈ ਵਾਰੀ ਬਜ਼ੁਰਗ ਹੋ ਜਾਂਦੇ ਹਾਂ ਤੇ ਤਾਂ ਨਹੀਂ ਸਾਡੀ ਰਸਨਾ ਤੇ ਫਤਿਹ ਨਿਕਲਦੀ, ਸਾਰੀ ਉਮਰ ਲੰਘ ਜਾਂਦੀ ਸਾਡੀ। ਕਿਉਂਕਿ ਗੁਰੂ ਘਰ ਦਾ, ਗੁਰੂ ਦਰਬਾਰ ਦਾ ਮਾਹੌਲ ਇਹ ਸੀ। ਉੱਥੇ ਸਿੰਘਾਂ ਦੇ ਬੱਚੇ, ਗੁਰੂ ਕੇ ਬੱਚੇ ਆਪਸ ਵਿੱਚ ਜਦੋਂ ਮਿਲਦੇ ਸੀ ਤੇ ਫਤਿਹ ਗਜਾਇਆ ਕਰਦੇ ਸੀ ਗੱਜ ਗੱਜ ਕੇ। ਸਾਹਿਬਜ਼ਾਦਿਆਂ ਫਤਿਹ ਗਜਾਈ ਹੈ। ਝੂਠਾ ਆਨੰਦ ਆਖਿਆ ਸਲਾਮ ਕਰੋ ਸੂਬੇ ਤਾਈ, ਗੁਰੂ ਸੁੱਤ ਗੱਜ ਫੇਰ ਫਤਿਹ ਬੋਲ ਦੀਨ ਹੈ। ਉਹ ਸੁੱਚਾ ਆਨੰਦ ਜੀ ਦਾ ਨਾਂ ਸੀ ਨਾ, ਉਹ ਝੂਠਾ ਆਨੰਦ। ਉਹਨੇ ਆਖਿਆ ਕਿ ਗੁਰੂ ਕੇ ਸਾਹਿਬਜ਼ਾਦਿਓ, ਸੂਬਾ ਸਾਹਿਬ ਨੂੰ ਸਲਾਮ ਕਰੋ ਝੁਕ ਕੇ। ਗੁਰੂ ਕੇ ਸਾਹਿਬਜ਼ਾਦਿਆਂ ਫੇਰ ਗੱਜ ਕੇ ਫਤਿਹ ਬੁਲਾ ਦਿੱਤੀ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਲਾਲਚ, ਬੜੇ ਡਰਾਵੇ ਦਿੱਤੇ ਗਏ। ਸੂਬਾ ਕਹੇ ਦੀਨ ਮੰਨੋ ਧੀ, ਮੈਂ ਨਿਕਾਹ ਦੇਉ, ਪਿਤਾ ਤੁਹਾਡਾ ਮਾਰ ਲੀਨ, ਜੰਗ ਹਮ ਕੀਨ ਹੈ। ਸੂਬਾ ਕਹਿੰਦਾ ਵਾ ਵੀ ਬੱਚਿਓ, ਤੁਸੀਂ ਇਸਲਾਮ ਵਿੱਚ ਆ ਜਾਓ। ਤੁਸੀਂ ਜੇ ਇਸਲਾਮ ਵਿੱਚ ਆ ਜਾਓਗੇ ਤੇ ਮੈਂ ਆਪਣੀ ਧੀ ਦਾ ਨਿਕਾਹ ਤੁਹਾਡੇ ਨਾਲ ਕਰ ਦੇਵਾਂਗਾ। ਤੁਸੀਂ ਵੱਡੇ ਹੋਵੋਗੇ, ਤੁਹਾਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ, ਮੈਂ ਆਪਣੀ ਧੀ ਦਾ ਨਿਕਾਹ ਤੁਹਾਡੇ ਨਾਲ ਕਰ ਦੇਵਾਂਗਾ। ਤੁਹਾਡੇ ਪਿਤਾ ਨੂੰ ਤੇ ਅਸੀਂ ਜੰਗ ਕਰਕੇ ਜੰਗ ਦੇ ਵਿੱਚ ਮਾਰ ਲਿਆ, ਚਮਕੌਰ ਦੇ ਵਿੱਚ। ਪਿਤਾ ਤੁਹਾਡਾ ਮਾਰ ਲੀਨ, ਜੰਗ ਹਮ ਕੀਨ ਹੈ। ਸਾਹਿਬਜ਼ਾਦੇ ਗੱਜ ਬੋਲੇ ਖਾਲਸਾ ਧਰਮ ਹਮ, ਵਾਹਿਗੁਰੂ ਨੇ ਸਾਜੇ ਰਾਖੈ ਧਰਮ ਕੀ ਲਾਜ ਹੈ।
ਸਾਹਿਬਜ਼ਾਦੇ ਫਿਰ ਗੱਜ ਕੇ ਬੋਲੇ, ਕਹਿੰਦੇ ਸੂਬਿਆ ਸਾਡਾ ਖਾਲਸਾ ਧਰਮ ਹੈ, ਖਾਲਸਾ ਸਾਨੂੰ ਵਾਹਿਗੁਰੂ ਨੇ ਸਾਜਿਆ ਹੈ, ਅਸੀਂ ਧਰਮ ਦੀ ਲਾਜ ਰੱਖਾਂਗੇ। ਉਹ ਵਾਹਿਗੁਰੂ ਪਰਮੇਸ਼ਰ ਸਾਡਾ ਧਰਮ ਰੱਖੇਗਾ, ਸਾਡੇ ਧਰਮ ਦੀ ਲਾਜ ਪ੍ਰਭੂ ਰੱਖੇਗਾ, ਕਿਉਂਕਿ ਉਹ ਗੁਰੂ ਕੇ ਪੁੱਤਰ ਹਨ। ਆਨੰਦਪੁਰ ਸਾਹਿਬ ਦੇ ਵਾਸੀ, ਕਲਗੀਆਂ ਵਾਲੇ ਦੇ ਸਾਹਿਬਜ਼ਾਦੇ। ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਨਾ, ਤੇ ਅੰਮ੍ਰਿਤ ਬਾਣੀ 'ਚ ਇਹ ਬਚਨ ਆਉਂਦੇ ਆ ਵੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਤੇ ਜਦੋਂ ਭਗਤ ਧਰੂ ਦਾ ਤੇ ਭਗਤ ਪ੍ਰਹਿਲਾਦ ਦਾ ਇਤਿਹਾਸ ਪੜ੍ਹਦੇ ਹਾਂ, ਤੇ ਗੁਰਬਾਣੀ ਵਿੱਚ ਤੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ 'ਚ ਆਇਆ ਕਿ ਛੋਟੇ ਛੋਟੇ ਬੱਚੇ ਭਗਤ ਧਰੂ ਜੀ ਤੇ ਭਗਤ ਪ੍ਰਹਿਲਾਦ ਜੀ ਵੀ, 5 ਬਰਖ ਕੋ ਅਨਾਥ ਧਰੂ ਬਾਰਿਕ, ਹਰ ਸਿਮਰ ਅਮਰ ਅਟਾਰੇ। ਹਰ ਸਿਮਰਤ ਅਮਰ ਅਟਾਰੇ, ਕਿ ਹਰੀ ਨੂੰ ਸਿਮਰ ਕਰੇ, ਅਮਰ ਤੇ ਅਟਲ ਪਦਵੀ ਪ੍ਰਾਪਤ ਕੀਤੀ। 5 ਸਾਲਾਂ ਦੇ ਭਗਤ, ਇਹ ਆਨੰਦਪੁਰ ਦੇ ਵਾਸੀ ਸਤਿਗੁਰੂ ਜੀ ਦੇ ਸਾਹਿਬਜ਼ਾਦੇ। ਕਿੰਨੀ ਦ੍ਰਿੜਤਾ ਔਰ ਕਿੰਨੀ ਪ੍ਰਵੀਣਤਾ, ਕਿੰਨੀ ਸਿਆਣਪ। ਕਹਿੰਦੇ ਅਸੀਂ ਵਾਹਿਗੁਰੂ ਦੇ ਸਾਜੇ ਹੋਏ ਆ, ਕਿਉਂਕਿ ਆਨੰਦਪੁਰ ਦਾ ਵਾਸੀ ਸਾਰਿਆਂ ਨੂੰ ਸਮਝਾਉਂਦੇ ਸਨ ਨਾ ਗੁਰੂ ਗੋਬਿੰਦ ਸਿੰਘ ਜੀ ਵੀ ਖਾਲਸਾ ਵਾਹਿਗੁਰੂ ਦੀ ਮੌਜ ਵਿੱਚੋਂ ਪ੍ਰਗਟ ਹੋਇਆ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਕਹਿੰਦੇ ਅਸੀਂ ਧਰਮ ਵਿੱਚ ਰਹਾਂਗੇ, ਖਾਲਸਾ ਧਰਮ ਵਿੱਚ। ਤੁਰਕ ਨਾ ਹੋਏ ਹਮ, ਦਾਦੇ ਜਿਉਂ ਲਗਾਵੇਂ ਸੀਸ, ਤੁਰਕਨ ਰਾਜ ਨਾਸ ਗਰੀਬਨ ਨਿਵਾਜ ਹੈ। ਅਸੀਂ ਮੁਸਲਮਾਨ ਨਹੀਂ ਹੋਵਾਂਗੇ, ਅਸੀਂ ਆਪਣੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਂਗੂ ਆਪਣਾ ਸੀਸ ਲਾ ਦਿਆਂਗੇ ਧਰਮ ਦੇ ਲੇਖੇ। ਜਿਵੇਂ ਸਾਡੇ ਦਾਦਾ ਜੀ ਨੇ ਚਾਂਦਨੀ ਚੌਂਕ ਦਿੱਲੀ ਵਿੱਚ ਸੀਸ ਦਿੱਤਾ ਸੀ, ਇਸੇ ਤਰ੍ਹਾਂ ਅਸੀਂ ਇੱਥੇ ਸਰਹੰਦ ਦੇ ਵਿੱਚ ਆਪਣੇ ਸੀਸ ਦੇ ਦੇਵਾਂਗੇ। ਤੁਰਕਨ ਰਾਜ ਨਾਸ, ਸਾਡੇ ਪਿਤਾ ਜੀ ਤੇ ਜ਼ਾਲਮ ਤੁਰਕਾਂ ਦਾ ਰਾਜ ਨਾਸ ਕਰਨਗੇ ਤੇ ਗਰੀਬਾਂ ਨੂੰ ਨਿਵਾਜਣ ਵਾਲੇ ਹਨ। ਤੁਸੀਂ ਕਹਿੰਦੇ ਹੋ ਵੀ ਸਾਡੇ ਪਿਤਾ ਜੀ ਨੂੰ ਜੰਗ ਕਰਕੇ ਜੰਗ ਦੇ ਵਿੱਚ ਮਾਰ ਲਿਆ। ਜਦੋਂ ਸਾਡੇ ਪਿਤਾ ਜੀ ਜੰਗ ਕਰਦੇ ਆ ਨਾ, ਤੁਹਾਡੇ ਵਰਗੇ ਤੇ ਉਦੋਂ ਭੱਜ ਜਾਂਦੇ ਆ, ਕੋਈ ਨਹੀਂ ਸਾਹਮਣੇ ਆਉਂਦਾ ਸਾਡੇ ਪਿਤਾ ਜੀ ਦੇ। ਹੁਣ ਤੁਸੀਂ ਗੱਲਾਂ ਮਾਰਦੇ ਹੋ, ਕਿਉਂਕਿ ਕਈ ਜੰਗ ਵੇਖੇ ਸੀ, ਆਨੰਦਪੁਰ ਸਾਹਿਬ ਦੇ ਕਈ ਘੇਰੇ ਵੇਖੇ ਸੀ ਸਾਹਿਬਜ਼ਾਦਿਆਂ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਕੋਈ ਨਹੀਂ ਸੀ ਆਉਂਦਾ, ਸਤਿਗੁਰਾਂ ਨੇ ਸਭ ਨੂੰ ਹਰਾਇਆ ਸੀ ਕਈ ਵਾਰੀ। ਧਰਮ ਨਾ ਖੋਵੇਂ ਹਮ, ਤੁਰਕਨੀ ਵਿਆਹ ਕਰ, ਜਤ ਸਤ ਰਾਖੈ, ਕਾਲ ਭੈ ਖੰਡ ਆਜ ਹੈ। ਸਾਹਿਬਜ਼ਾਦੇ ਕਹਿੰਦੇ ਸੂਬਿਆ ਅਸੀਂ ਆਪਣਾ ਧਰਮ ਥੋੜਾ ਨਾਸ ਕਰਨਾ ਤੁਰਕਣੀ ਨਾਲ ਵਿਆਹ ਕਰਕੇ। ਅਸੀਂ ਆਪਣੇ ਧਰਮ ਵਿੱਚ ਰਵਾਂਗੇ, ਅਸੀਂ ਜਤ ਸਤ ਵਿੱਚ ਰਵਾਂਗੇ, ਤੇ ਸਾਨੂੰ ਕੋਈ ਕਾਲ ਦਾ ਮੌਤ ਦਾ ਡਰ ਨਹੀਂ ਹੈ। ਗੁਰੂ ਅਬਿਨਾਸੀ ਪਿਤਾ ਮਾਰ ਨਹਿ ਕੋਈ ਸਕੈ, ਕਾਇਰ ਹੋ ਭਾਜੈ ਤੁਸੀਂ ਗੁਰੂ ਜੰਗ ਗਾਜ ਹੈ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨਾ ਸੌਖਾ ਪਿਆ, ਕਿਉਂਕਿ ਸਾਡੇ ਪਿਤਾ ਜੀ ਤੇ ਅਬਿਨਾਸੀ ਆ, ਤੇ ਅਬਿਨਾਸੀ ਪਿਤਾ ਨੂੰ ਕੋਈ ਵੀ ਮਾਰ ਨਹੀਂ ਸਕਦਾ ਹੈ। ਜਦੋਂ ਸਾਡੇ ਪਿਤਾ ਜੀ ਜੰਗ ਵਿੱਚ ਗੱਜਦੇ ਆ ਨਾ ਆ ਕੇ, ਤੇ ਤੁਹਾਡੇ ਵਰਗੇ ਫਿਰ ਡਰਪੋਕ ਹੋ ਕੇ, ਕਾਇਰ ਹੋ ਕੇ ਭੱਜ ਜਾਂਦੇ ਆ। ਇਸ ਤਰ੍ਹਾਂ 2 ਦਿਨ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਲਿਆਂਦਾ ਗਿਆ, 11 ਪੋਹ ਨੂੰ ਤੇ 12 ਪੋਹ ਨੂੰ। ਜਦੋਂ ਦੂਸਰੇ ਦਿਨ ਲਿਆਂਦਾ ਤੇ ਫਿਰ ਇੱਕ ਛੋਟਾ ਦਰਵਾਜ਼ਾ ਖੋਲ੍ਹਿਆ ਸੀ ਕਚਹਿਰੀ ਦਾ। ਇਹਨਾਂ ਦਾ ਖਿਆਲ ਸੀ ਵੀ ਇੱਥੋਂ ਜਦੋਂ ਸਿਰ ਨੀਵੇਂ ਕਰਕੇ ਲੰਘਣਗੇ, ਤਾੜੀ ਮਾਰ ਕੇ ਹੱਸਾਂਗੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਸਾਨੂੰ ਸੀਸ ਝੁਕਾ ਦਿੱਤਾ। ਪਰ ਜਦੋਂ ਉਹ ਛੋਟਾ ਦਰਵਾਜ਼ਾ ਵੀ ਖੋਲ੍ਹਿਆ ਸੀ ਨਾ, ਤੇ ਫਿਰ ਸਾਹਿਬਜ਼ਾਦੇ ਨੇ, ਬਾਬਾ ਫਤਿਹ ਸਿੰਘ ਜੀ ਨੇ ਪਹਿਲੋਂ ਆਪਣੇ ਚਰਨ ਅੱਗੇ ਕੀਤੇ, ਪਹਿਲੋਂ ਜੁੱਤੀ ਅੱਗੇ ਕੀਤੀ ਤੇ ਉਹ ਜੁੱਤੀ ਵੇਖੀ ਉਹਨਾਂ ਨੇ, ਫਿਰ ਅੱਗੇ ਰੱਖ ਕੇ ਪੈਰ, ਤੇ ਫਿਰ ਸੀਸ ਅੱਗੇ ਕੀਤਾ, ਤੇ ਫਿਰ ਦੂਸਰਾ ਪੈਰ ਲੰਘਾਇਆ। ਇਸੇ ਤਰ੍ਹਾਂ ਬਾਬਾ ਜੋਰਾਵਰ ਸਿੰਘ ਜੀ ਨੇ ਉਹਨਾਂ ਨੂੰ ਜੋੜਾ ਹੀ ਪਹਿਲੋਂ ਵਿਖਾਇਆ। ਉਹਨਾਂ ਦਾ ਖਿਆਲ ਸੀ ਇਹ ਨੀਵੇਂ ਹੋ ਕੇ ਲੰਘਣਗੇ, ਛੋਟੀ ਤਾਕੀ ਥਾਣੀ। ਪਰ ਗੁਰੂ ਕੇ ਪੁੱਤਰਾਂ ਨੂੰ, ਜਿਨ੍ਹਾਂ ਨੂੰ
ਸੋਝੀ ਆਪ ਪਰਮੇਸ਼ਰ ਨੇ ਦਿੱਤੀ, ਆਪ ਕਲਗੀਆਂ ਵਾਲੇ ਪਾਤਸ਼ਾਹ ਨੇ ਦਿੱਤੀ ਹੈ। ਹੋਰ ਵੀ ਬਹੁਤ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ, ਕਈ ਲਾਲਚ ਦਿੱਤੇ, ਕਈ ਡਰਾਵੇ ਦਿੱਤੇ। ਝੂਠਾ ਆਨੰਦ ਸੂਬੇ ਸੰਗ ਤਿੱਖੇ ਇਹ ਬੁਲੰਦ ਕਹੇ, ਮਾਰ ਦਿਓ ਇਹਨਾਂ ਤਾਈ ਰੱਖਣੇ ਨਾ ਜੋਗ ਹੈ। ਉਹ ਸੁੱਚਾ ਆਨੰਦ ਜਿਹੜਾ ਝੂਠਾ ਆਨੰਦ, ਉਹ ਸੂਬੇ ਸਰਹੰਦ ਵਜੀਦ ਖਾਨ ਨੂੰ ਕਹਿੰਦਾ ਹੈ ਵੀ ਵੇਖੋ ਕਿੰਨੇ ਤਿੱਖੇ ਆ, ਕਿੰਨੇ ਤੇਜ਼ ਵਾ, ਇਹਨਾਂ ਨੂੰ ਮਾਰ ਦਿਓ, ਇਹ ਰੱਖਣੇ ਯੋਗ ਨਹੀਂ, ਠੀਕ ਨਹੀਂ। ਇਹ ਸੱਪ ਦੇ ਬੱਚੇ ਸਪੋਲਗੇ ਹੁੰਦੇ ਆ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੀ ਹੁੰਦੇ ਆ। ਇਹ ਝੂਠੇ ਆਨੰਦ ਨੇ, ਸੁੱਚੇ ਆਨੰਦ ਨੇ ਆਖਿਆ। ਫਤਵਾ ਲਵਾਏ ਕਾਜੀ ਨੀਹਾਂ ਦੇ ਵਿੱਚ ਚਿਣੋ, ਮਲੇਰੀਆਂ ਨੇ ਹਾਹਾਕਾਰ ਕੀਤਾ ਵੱਡ ਸੋਗ ਹੈ। ਇਹਨਾਂ ਆਖਿਆ ਵੀ ਇਹਨਾਂ ਤੇ ਫਤਵਾ ਲਵਾ ਦਿਓ ਤੇ ਨੀਹਾਂ ਦੇ ਵਿੱਚ ਇਹਨਾਂ ਨੂੰ ਚਿਣ ਦਿਓ। ਫਿਰ ਕਾਜੀ ਤੋਂ ਫਤਵਾ ਲਵਾਇਆ ਗਿਆ। ਕਾਜੀ ਨੇ ਫਤਵਾ ਲਾ ਦਿੱਤਾ ਵੀ ਇਹ ਬਾਗੀ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਬੱਚੇ ਬਾਗੀ, ਇਹਨਾਂ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਵੇ। ਨੀਹਾਂ ਤੋਂ ਭਾਵ ਜਿਉਂਦਿਆਂ ਨੂੰ ਖੜੇ ਕਰਕੇ ਤੇ ਆਲੇ ਦੁਆਲੇ ਦੀਵਾਰਾਂ ਕਰ ਦੇਣੀਆਂ, ਕੰਧਾਂ ਦੇ ਵਿੱਚ ਚਿਣ ਦੇਣਾ, ਉੱਤੋਂ ਤੀਕ ਸਾਹ ਗੁੰਮ ਕਰ ਦੇਣੇ, ਪੈਰਾਂ ਤੋਂ ਲੈ ਕਰਕੇ ਕੰਧਾਂ ਚਿਣ ਕੇ ਵਿੱਚ ਸਾਹ ਗੁੰਮ ਕਰਕੇ ਇਹਨਾਂ ਨੂੰ ਮਾਰ ਦਿੱਤਾ ਜਾਵੇ, ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਇੱਕ ਤਰ੍ਹਾਂ ਦੀ ਇਹ ਵੀ ਉਦੋਂ ਸਜ਼ਾ ਦਿੱਤੀ ਜਾਂਦੀ ਸੀ। ਜਦੋਂ ਇਹ ਫਤਵਾ ਲਾਇਆ ਕਚਹਿਰੀ ਦੇ ਵਿੱਚ ਤੇ ਮਲੇਰਕੋਟਲੀਏ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾਹਾਕਾਰ ਕੀਤੀ। ਉਹਨੇ ਆਖਿਆ ਬਹੁਤ ਵੱਡਾ ਸੋਗ ਹੈ, ਗੁਰਾਂ ਪਾਸੋਂ ਭਾਜੇ ਆਏ, ਜੰਗ ਮੇ ਨਾ ਤੀਰ ਖਾਏ, ਬਾਲ ਛੋਟੇ ਕਿਉਂ ਗਹਾਏ, ਇਕੱਠੇ ਭਏ ਲੋਗ ਹੈ। ਉਹ ਕਹਿੰਦਾ ਉਹ ਜ਼ਾਲਮੋ, ਤੁਸੀਂ ਇਕੱਠੇ ਹੋ ਕਰਕੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਛੋਟੇ ਬੱਚਿਆਂ ਦੇ ਉੱਤੇ ਐਡਾ ਕਹਿਰ ਕਰਦੇ ਜੇ, ਇਹ ਫਤਵਾ ਲਾਉਂਦੇ ਜੇ ਵੀ ਇਹਨਾਂ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਮਾਰ ਦਿੱਤਾ ਜਾਵੇ। ਉਹ ਕਾਇਰੋ, ਉਹ ਬੁਜ਼ਦਲੋ, ਗੁਰੂ ਗੋਬਿੰਦ ਸਿੰਘ ਦੇ ਪਾਸੋਂ ਚਮਕੌਰ ਦੇ ਵਿੱਚੋਂ ਤਾਂ ਭੱਜ ਕੇ ਆ ਗਏ ਜੇ ਜੰਗ ਦੇ ਵਿੱਚ, ਉੱਥੇ ਤਾਂ ਤੀਰ ਖਾਧੇ ਨਹੀਂ ਗੁਰੂ ਗੋਬਿੰਦ ਸਿੰਘ ਦੇ, ਉੱਥੋਂ ਡਰ ਕੇ ਭੱਜ ਆਏ ਜੇ ਤੇ ਹੁਣ ਆਪਣਾ ਗੁੱਸਾ ਇਹਨਾਂ ਛੋਟੇ ਛੋਟੇ ਬੱਚਿਆਂ ਤੇ ਕੱਢਦੇ ਜੇ। ਉਹਨੇ ਬਹੁਤ ਤਰਲੇ ਪਾਏ ਵੀ ਇਹਨਾਂ ਉੱਤੇ ਕਹਿਰ ਨਾ ਕਰ, ਇਹ ਸੂਬੇ ਵਜ਼ੀਰ ਖਾਂ, ਇਹ ਕਹਿਰ ਨਾ ਕਰ, ਇਹ ਜ਼ੁਲਮ ਨਾ ਕਰ। ਤੇ ਉਲਟਾ ਸਗੋਂ ਉਸ ਸ਼ੇਰ ਮੁਹੰਮਦ ਖਾਨ ਨੂੰ ਸਰਹੰਦ ਦੇ ਸੂਬੇ ਨੇ ਆਖਿਆ ਵੀ ਸ਼ੇਰ ਮੁਹੰਮਦ ਖਾਂ, ਹਰੇ ਕੱਲ ਦੀ ਗੱਲ ਹੈ, ਆ 4 ਦਿਨ ਪਹਿਲਾਂ ਤੇਰੇ ਭਰਾ ਨਾਹਰ ਖਾਨ ਨੂੰ ਇਹ ਚਮਕੌਰ ਦੀ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪਣੇ ਤੀਰਾਂ ਨਾਲ ਮਾਰਿਆ। ਇਹਨਾਂ ਬੱਚਿਆਂ ਨੂੰ ਕਤਲ ਕਰਕੇ ਮਾਰ ਕੇ ਸਗੋਂ ਆਪਣੇ ਭਰਾ ਦਾ ਬਦਲਾ ਲੈ ਲੈ ਤੂੰ। ਉਹਨੇ ਆਖਿਆ ਨਾ ਸੂਬਿਆ, ਗੁਰੂ ਗੋਬਿੰਦ ਸਿੰਘ ਮੇਰੇ ਸਾਹਮਣੇ ਆਉਣਗੇ ਤੇ ਗੁਰੂ ਗੋਬਿੰਦ ਸਿੰਘ ਨਾਲ ਮੈਂ ਜੰਗ ਕਰਾਂਗਾ, ਪਰ ਇਹ ਛੋਟੇ ਛੋਟੇ ਬੱਚਿਆਂ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ। ਪਰ ਕਿਸੇ ਨੇ ਇੱਕ ਨਹੀਂ ਮੰਨੀ ਤੇ ਉਹ ਰੌਲਾ ਪਾਉਂਦਾ ਵਾਪਸ ਮਲੇਰਕੋਟਲੇ ਨੂੰ ਚਲੇ ਗਿਆ ਸੀ। ਮਾਨੀ ਨਹਿ ਕਾਹੂ ਕਹੀ ਦੁਸ਼ਟ ਇਕੱਠੇ ਭਏ, 3 ਦਿਨ ਐਸੇ ਬੀਤੇ ਪਾਪ ਕੀਆ ਭੋਗ ਹੈ। ਸਾਰੇ ਦੁਸ਼ਟ ਇਕੱਠੇ ਹੋਏ, ਦੁਸ਼ਟ ਚੌਂਕੜੀ ਮਲੇਰਕੋਟਲੀਏ ਨਵਾਬ ਦੀ ਗੱਲ ਕਿਸੇ ਨੇ ਨਹੀਂ ਮੰਨੀ। 3 ਦਿਨ ਇਸ ਤਰ੍ਹਾਂ ਹੁੰਦਾ ਰਿਹਾ। ਅਖੀਰ ਇਹਨਾਂ ਨੇ ਇਹ ਪਾਪ, ਇਹ ਜ਼ੁਲਮ ਕੀਤਾ ਹੈ। ਮਾਤ ਸਮਝਾਏ ਸੁਤ ਧਰਮ ਤੇ ਆਗੋ ਨਾਹੇ। ਮਾਤਾ ਜੀ ਨੇ ਸਮਝਾਇਆ ਕਿ ਪੁੱਤਰੋ ਸਾਹਿਬਜ਼ਾਦਿਓ, ਧਰਮ ਨਹੀਂ ਤਿਆਗਣਾ। ਧੰਨ ਮਾਤਾ ਗੁਜਰੀ ਜੀ ਨੇ। ਗੁਰੂ ਦਾਦੇ ਜਿਉਂ ਨਿਜ ਸੀਸ ਦੇਣਾ ਵਾਰ ਹੈ। ਆਪਣੇ ਦਾਦੇ ਸਤਿਗੁਰੂ ਜੀ ਵਾਂਗੂ ਸਾਹਿਬਜ਼ਾਦਿਓ ਆਪਣਾ ਸੀਸ ਕੁਰਬਾਨ ਕਰ ਦੇਣਾ ਹੈ। ਸੁਣ ਮਾਤ ਸਿੱਖਿਆ ਕੋ ਹਿਰਦੇ ਮਾਹੇ ਦ੍ਰਿੜ ਧਾਰੀ, ਬੰਦਨਾ ਕਰਤ ਚੱਲੇ ਦੁਸ਼ਟਨ ਗਾਰ ਹੈ। ਮਾਤਾ ਜੀ ਦੀ ਸਿੱਖਿਆ ਨੂੰ ਸੁਣ ਕੇ ਹਿਰਦੇ 'ਚ ਪੱਕਿਆ ਧਾਰਨ ਕੀਤਾ ਹੈ। ਮਾਤਾ ਜੀ ਆਪ ਗੁਰਬਾਣੀ ਪੜ੍ਹਦੇ, ਸਾਹਿਬਜ਼ਾਦਿਆਂ ਨੂੰ ਪੜ੍ਹਾਉਂਦੇ, ਮਾਤਾ ਜੀ ਨੂੰ ਬੰਦਨਾ ਕਰਕੇ ਦੁਸ਼ਟਾਂ ਨੂੰ ਗਾਲਣ ਵਾਸਤੇ, ਨੀਹਾਂ ਵਿੱਚ ਖਲੋਣ ਵਾਸਤੇ ਸਾਹਿਬਜ਼ਾਦੇ ਚੱਲੇ ਆ ਠੰਡੇ ਬੁਰਜ ਵਿੱਚੋਂ, ਪਰ ਦੁਸ਼ਟਾਂ ਦੀਆਂ ਨੀਹਾਂ ਗਾਲਣ ਵਾਸਤੇ ਚੱਲੇ ਆ।
ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ, ਨੀਹਾਂ ਪੁੱਟਣ ਵਾਸਤੇ ਚੱਲੇ, ਆਪ ਨੀਹਾਂ ਵਿੱਚ ਖਲੋਣ ਵਾਸਤੇ। ਇਸ ਗੱਲ ਨੂੰ ਮਹਿਸੂਸ ਕਰੀਏ। ਛੋਟੇ ਛੋਟੇ ਸਾਹਿਬਜ਼ਾਦੇ, 80 ਸਾਲ ਤੋਂ ਵਧੇਕ ਉਮਰ ਦੀ ਮਾਤਾ ਗੁਜਰੀ ਜੀ, ਕਹਿਰ ਭਰੀ ਸਰਦੀ, ਉਹ ਕਿਹੋ ਜਿਹੀਆਂ ਰਾਤਾਂ ਸੀ, ਠੰਡੇ ਬੁਰਜ ਦੀਆਂ ਰਾਤਾਂ। ਹੁਣ ਚੱਲੇ ਆ 13 ਪੋਹ ਵਾਲੇ ਦਿਨ ਸਾਹਿਬਜ਼ਾਦੇ ਨੀਹਾਂ ਵਿੱਚ ਖਲੋਣ ਵਾਸਤੇ, ਠੰਡੇ ਬੁਰਜ ਤੋਂ ਸਿਪਾਹੀ ਲੈ ਕੇ ਚੱਲੇ। ਜਾਣ ਤੋਂ ਪਹਿਲਾਂ ਦਾਦੀ ਮਾਤਾ ਜੀ ਨੇ ਕੇਸਾਂ ਵਿੱਚ ਕੰਘੇ ਕੀਤੇ ਆ, ਸਾਹਿਬਜ਼ਾਦਿਆਂ ਨੂੰ ਕੇਸਕੀਆਂ ਸਜਾ ਕੇ ਦਸਤਾਰਾਂ ਸਜਾਈਆਂ, ਛੋਟੀਆਂ ਛੋਟੀਆਂ ਕਲਗੀਆਂ ਵੀ ਲਾਈਆਂ ਤੇ ਬਾਣਾ ਪਾਇਆ। 5 ਕਕਾਰਾਂ ਦੇ ਧਾਰਨੀ ਹੈ ਸਾਹਿਬਜ਼ਾਦੇ, ਤੇ ਮਾਤਾ ਜੀ ਨੂੰ ਫਤਿਹ ਬੁਲਾ ਕੇ ਚੱਲੇ ਆ। ਗੱਜ ਕੇ ਬੁਲਾਈ ਫਤਿਹ ਦੀਨ ਨਾ ਕਬੂਲ ਕੀਨ, ਕੰਧਾਂ ਵਿੱਚ ਚਿਣੇ ਜਪ ਪਾਠ ਕੋ ਉਚਾਰ ਹੈ। ਮਾਤਾ ਜੀ ਨੂੰ ਫਤਿਹ ਕੋ ਜਾ ਕੇ ਸਾਹਿਬਜ਼ਾਦੇ ਗਏ। ਜਦੋਂ ਉੱਥੇ ਵੀ ਪਹੁੰਚਿਆ ਤੇ ਫੇਰ ਗੱਜ ਕੇ ਫਤਿਹ ਗਜਾਈ। ਬੜਾ ਚਿੜਦਾ ਸੀ ਸਰਹੰਦ ਦਾ ਸੂਬਾ। ਉਹ ਕਹਿੰਦਾ ਸੀ ਸਾਹਿਬਜ਼ਾਦਿਓ, ਇਹ ਕੋਈ ਆਨੰਦਪੁਰ ਦਾ ਦੀਵਾਨ ਨਹੀਂ ਤੁਹਾਡੇ ਪਿਤਾ ਦਾ, ਇੱਥੇ ਫਤਿਹ ਗਜਾਉਂਦੇ ਹੋ। ਇਹ ਸਰਹੰਦ ਦੇ ਸੂਬੇ ਦੀ ਕਚਹਿਰੀ ਹੈ। ਪਰ ਸਾਹਿਬਜ਼ਾਦੇ ਗੱਜ ਕੇ ਫਤਿਹ ਬੁਲਾਉਂਦੇ ਰਹੇ। ਉਹਨਾਂ ਨੇ ਦੀਨ ਨਹੀਂ ਕਬੂਲ ਕੀਤਾ। ਹੁਣ ਕੰਧਾਂ ਵਿੱਚ ਚਿਣਨ ਲੱਗੇ ਆ ਤੇ ਜਪਜੀ ਸਾਹਿਬ ਦਾ ਪਾਠ ਮੁਖ ਤੋਂ ਕਰ ਰਹੇ ਦੋਵੇਂ ਸਾਹਿਬਜ਼ਾਦੇ। 7 ਸਾਲ ਤੇ 9 ਸਾਲ ਦੀ ਆਰਬਲਾ। ਇੱਥੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਆ, ਜਿਵੇਂ ਉਹ ਦੂਰੀ ਦਸਤਾਰਾਂ ਸਜਾਉਂਦੇ ਸਨ, ਗੁਰੂ ਕੇ ਛੋਟੇ ਛੋਟੇ ਸਾਹਿਬਜ਼ਾਦੇ, ਜਿਵੇਂ ਗੁਰਬਾਣੀ ਉਹਨਾਂ ਨੂੰ ਕੰਠ ਸੀ, ਅਸੀਂ ਵੀ ਬਾਣੀ ਕੰਠ ਕਰੀਏ, ਅਸੀਂ ਵੀ ਦਸਤਾਰਾਂ ਸਜਾਇਆ ਕਰੀਏ। ਹੁਣ ਚਿਣੇ ਜਾ ਰਹੇ ਆ ਤੇ ਜਪਜੀ ਸਾਹਿਬ ਦਾ ਪਾਠ ਉਚਾਰ ਰਹੇ। ਜਦੋਂ ਪਹਿਲੀ ਇੱਟ ਲਾਈ ਸੀ ਨਾ ਤੇ ਗਿੱਟੇ ਨਾਲ ਲੱਗ ਕਰਕੇ ਸਹੀ ਨਹੀਂ ਸੀ ਲੱਗ ਰਹੀ, ਤੇ ਇੱਟ ਨੂੰ ਝਾੜ ਕੇ ਲਾਉਣ ਲੱਗਾ ਮਿਸਤਰੀ, ਰਾਜ ਮਿਸਤਰੀ। ਕੋਲ ਖਲੋਤੇ ਸ਼ਾਹੀ ਕਾਜੀ ਨੇ ਆਖਿਆ, ਨਹੀਂ ਉਹ ਇੱਟ ਨਹੀਂ ਤੋੜਨੀ, ਬਾਗੀ ਗੁਰੂ ਗੋਬਿੰਦ ਸਿੰਘ ਤੇ ਬਾਗੀ ਉਹਨਾਂ ਦੇ ਬੱਚੇ, ਇਹਨਾਂ ਦੇ ਗਿੱਟੇ ਝਾੜ ਦਿਓ। ਸੋਚ ਕੇ ਵੇਖੋ, ਗਿੱਟੇ ਛਾਂਗ ਛਾਂਗ ਕੇ ਇੱਟਾਂ ਨਾਲ ਲਾਈਆਂ ਗਈਆਂ। ਗੋਡਿਆਂ ਤੇ ਦੀਵਾਰ ਰਹੀ, ਗੋਡੇ ਚੱਪਣੀਆਂ ਤੋੜ ਤੋੜ ਕੇ ਇੱਟਾਂ ਨਾਲ ਲਾਈਆਂ। ਸਾਹਿਬਜ਼ਾਦੇ ਜਪਜੀ ਸਾਹਿਬ ਦਾ ਪਾਠ ਕਰ ਰਹੇ। ਕਿੰਨੀ ਦ੍ਰਿੜਤਾ ਹੈ, ਕੈਸੀ ਪ੍ਰਪੱਕਤਾ ਹੈ। ਭੋਗ ਪਾਏ ਸੱਚਖੰਡ, ਜੋਤੀ ਜੋਤ ਰਲੇ ਜਾਏ, ਗੁਰੂ ਸੁਤ ਹੋਣਾ ਜਾਵੇ ਜਗ ਬਲਿਹਾਰ ਹੈ। ਜਪਜੀ ਸਾਹਿਬ ਦੇ ਪਾਠ ਦਾ ਭੋਗ ਪਿਆ ਹੈ। ਨੀਹਾਂ ਵਿੱਚ ਸਾਹਿਬਜ਼ਾਦੇ ਚਿਣੇ ਗਏ, ਵਿੱਚੇ ਸਾਹ ਗੁੰਮ ਹੋ ਗਿਆ ਹੈ, ਜੋਤੀ ਜੋਤ ਰਲ ਗਏ ਸਾਹਿਬਜ਼ਾਦੇ। ਗੁਰੂ ਕੇ ਸਾਹਿਬਜ਼ਾਦੇ ਹੋਣਾ ਸਫਲਾ ਹੋਇਆ ਤੇ ਜਗ ਬਲਿਹਾਰ ਜਾਂਦਾ ਹੈ। ਧੰਨ ਕੁਰਬਾਨੀ ਸਾਹਿਬਜ਼ਾਦਿਆਂ ਦੀ। ਦੁੱਖ ਸੁੱਖ ਸਮ ਕਰ, ਧਰਮ ਹਿਤ ਸੀਸ ਦੀਆ, 9 ਸਾਲ 7 ਕੁਲ ਆਯੂ ਛੋਟੀ ਜਾਨੀਏ। ਦੁੱਖ ਸੁੱਖ ਵਿੱਚ ਬਰਾਬਰ ਰਹਿ ਕੇ ਧਰਮ ਦੇ ਵਾਸਤੇ ਸੀਸ ਦੇ ਦਿੱਤੇ। 9 ਸਾਲ ਤੇ 7 ਸਾਲ ਛੋਟੀਆਂ ਛੋਟੀਆਂ ਉਮਰਾਂ ਸਾਹਿਬਜ਼ਾਦਿਆਂ ਦੀਆਂ, ਗੁਰੂ ਦੇ ਸਾਹਿਬਜ਼ਾਦੇ ਸਾਡੇ ਬਾਬਿਆਂ ਦੀਆਂ। ਪਾਪੀਆਂ ਨੇ ਤੇਗ ਵਾਰ ਕਰਕੇ ਉਤਾਰੇ ਸੀਸ, ਜੋਤੀ ਜੋਤ ਪਹਿਲਾਂ ਮਿਲੇ ਗੁਰੂ ਸੁੱਤ ਮਾਨੀਏ। ਜਦੋਂ ਫਿਰ ਕਹਿੰਦੇ ਵੀ ਨੀਹਾਂ ਪਾਟ ਗਈਆਂ, ਸਾਹਿਬਜ਼ਾਦੇ ਵਿੱਚ ਇੱਟਾਂ ਦੇ ਡਿੱਗ ਪਏ, ਉਹ ਕੰਧਾਂ ਪਾਟ ਗਈਆਂ ਸੀ। ਫਿਰ ਪਾਪੀਆਂ ਨੇ ਤੇਗ ਦੇ ਵਾਰ ਕਰਕੇ ਤੇ ਸਾਹਿਬਜ਼ਾਦਿਆਂ ਦੇ ਸੀਸ ਉਤਾਰ ਦਿੱਤੇ। ਸਾਹਿਬਜ਼ਾਦੇ ਪਹਿਲਾਂ ਜੋਤੀ ਜੋਤ ਮਿਲ ਗਏ। ਕਈਆਂ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਉਸ ਵੇਲੇ ਜਲਾਦਾਂ ਨੂੰ ਆਖਿਆ ਤੇ ਉਹਨਾਂ ਨੇ ਛੁਰੀਆਂ ਲੈ ਕੇ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬੈਠ ਕੇ ਸਾਹ ਰਗ ਕੱਟੀ। ਕਈਆਂ ਨੇ ਐਸਾ ਵੀ ਲਿਖਿਆ ਹੈ। ਇੱਥੇ ਮਹਾਂਪੁਰਖਾਂ ਨੇ ਲਿਖਿਆ ਵੀ ਤੇਗ ਵਾਰ ਕਰਕੇ ਉਹਨਾਂ ਪਾਪੀਆਂ ਨੇ ਸੀਸ ਉਤਾਰ ਦਿੱਤੇ। ਫਿਰ ਮਾਤਾ ਸੁਣ ਧਰਮ ਹਿਤ ਹੋਏ ਕੁਰਬਾਨ, ਸੁਤ ਰਹੀ ਨਿਰਮੋਹ ਬ੍ਰਿਤ ਜੋਗ ਮੇ ਟਿਕਾਨੀਏ। ਜਦੋਂ ਮਾਤਾ ਜੀ ਨੂੰ ਪਤਾ ਲੱਗਾ ਕਿ ਸਾਹਿਬਜ਼ਾਦੇ ਕੁਰਬਾਨ ਹੋ ਗਏ, ਸ਼ਹੀਦ ਹੋ ਗਏ, ਮਾਤਾ ਨੇ ਮੋਹ ਨਹੀਂ ਕੀਤਾ, ਨਿਰਮੋਹ ਰਹੇ ਆ, ਬਿਰਤੀ ਟਿਕਾਈ ਹੋਈ ਹੈ, ਜੁੜੇ ਹੋਏ ਪ੍ਰਭੂ ਨਾਲ। ਜਪਜੀ ਕੋ ਪਾਠ ਕਰ, ਗੁਰੂ ਧਿਆਨ ਭਈ ਲੀਨ, ਦੇਹ ਸ਼ੋਰ ਸਹਿਜੇ ਖੇਦ ਬਿਨ ਭਾਨੀਏ। ਤੇ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਗੁਰੂ ਧਿਆਨ ਵਿੱਚ ਲੀਨ ਹੋ ਗਏ। ਸੁਖੈਨ ਹੀ ਸਰੀਰ ਤਿਆਗ ਦਿੱਤਾ ਹੈ ਸਵੈ ਇੱਛਾ ਅਨੁਸਾਰ। ਸਹਿਜੇ ਹੀ ਬਿਨਾਂ ਦੁੱਖ ਤੋਂ ਮਾਤਾ ਗੁਜਰੀ ਜੀ ਵੀ ਜੋਤੀ ਜੋਤ ਸਮਾ ਗਏ, ਸੱਚਖੰਡ ਪਿਆਨਾ ਕਰ ਗਏ ਸਾਹਿਬਜ਼ਾਦਿਆਂ ਦੇ ਨਾਲ ਹੀ। ਸੱਚਖੰਡ ਜੋਤ ਮਿਲੀ, ਦੇਵ ਜੈ ਜੈਕਾਰ ਕਰੀ,
ਧਰਮ ਕੋ ਰਾਖ ਥਿਰ ਕੀਤੀ ਕੁਰਬਾਨੀਏ। ਸੱਚਖੰਡ ਗੁਰੂ ਜੋਤ ਵਿੱਚ ਜੋਤ ਮਿਲ ਗਈ ਸਾਹਿਬਜ਼ਾਦਿਆਂ ਦੀ ਤੇ ਮਾਤਾ ਜੀ ਦੀ। ਦੇਵਤਿਆਂ ਨੇ ਜੈ ਜੈਕਾਰ ਕੀਤੀ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਬਚਨ ਲਿਖੇ। ਗਰੀਬ ਨਵਾਜ ਕਹਿੰਦੇ ਵੀ ਧੰਨ ਗੁਰੂ ਪਿਤਾ ਜੀ ਨੇ ਜਦੋਂ ਇਹ ਕੁਰਬਾਨੀ ਕੀਤੀ, ਠੀਕਰ ਫੋਰ ਦਿੱਲੀਸ ਸਿਰ ਪ੍ਰਭੁਰ ਕੀਆ ਪਿਆਣ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਣ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ ਜੈ 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 ਸੁਰਲੋਕ। ਸੁਰਲੋਕ ਵਿੱਚ ਜੈ ਜੈਕਾਰ ਉਦੋਂ ਵੀ ਹੋਈ। 9ਵੇਂ ਪਾਤਸ਼ਾਹ ਦੇ ਪੋਤਰੇ ਮਾਤਾ ਗੁਜਰੀ ਜੀ ਜਦੋਂ ਸੱਚਖੰਡ ਗਏ ਤੇ ਦੇਵਤਿਆਂ ਨੇ ਜੈ ਜੈਕਾਰ ਕੀਤੀ ਹੈ। ਧਰਮ ਨੂੰ ਰੱਖਿਆ ਹੈ, ਕੁਰਬਾਨੀ ਕੀਤੀ ਹੈ। ਹੋਰਨਾਂ ਦੇ ਬਚਾਏ ਲਾਲੇ ਆਪਣੇ ਲਗਾਏ ਸੀਸ, ਪਰ ਉਪਕਾਰੀ ਜਗ ਰਾਖੀ ਹਿੰਦ ਆਨੀਏ। ਧੰਨ ਗੁਰੂ ਗੋਬਿੰਦ ਸਿੰਘ ਪਰ ਉਪਕਾਰੀ ਸਤਿਗੁਰੂ। ਹੋਰਨਾਂ ਦੇ ਲਾਲ ਬਚਾਏ ਤੇ ਆਪਣੇ ਪੁੱਤਰਾਂ ਦੇ ਸੀਸ ਲਾ ਦਿੱਤੇ ਧਰਮ ਦੇ ਲੇਖੇ। ਟੋਡਰ ਮੱਲ ਸਿੱਖ ਆਇਆ ਵਿਰਾਗ ਮਨ ਮਾਹੇ ਛਾਇਆ। ਫਿਰ ਟੋਡਰ ਮੱਲ ਜੌਹਰੀ ਉਹ ਗੁਰੂ ਕੇ ਪਿਆਰ ਵਾਲਾ ਆਇਆ, ਉਹਦੇ ਮਨ ਵਿੱਚ ਵਿਰਾਗ ਬਹੁਤ ਛਾਇਆ ਹੋਇਆ। ਉਹਨੇ ਆਖਿਆ ਵੀ ਮੈਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨਾ ਚਾਹੁੰਦਾ ਸਰਹੰਦ ਦੇ ਸੂਬੇ ਨੂੰ। ਸਰਹੰਦ ਦੇ ਸੂਬੇ ਨੇ ਆਖਿਆ ਵੀ ਜਿੰਨੀ ਧਰਤੀ ਤੂੰ ਸੰਸਕਾਰ ਵਾਸਤੇ ਲੈਣੀ ਆ ਨਾ, ਉੱਥੇ ਮੋਹਰਾਂ ਵਿਛਾ। ਫਿਰ ਉਹਨੇ ਮੋਹਰਾਂ ਵਿਛਾ ਕੇ ਉਨੀ ਧਰਤੀ ਖਰੀਦੀ। ਜਦੋਂ ਮੋਹਰਾਂ ਵਿਛਾ ਰਿਹਾ ਸੀ, ਉਹਨੇ ਆਖਿਆ ਇਸ ਤਰ੍ਹਾਂ ਨਹੀਂ ਮੋਹਰਾਂ ਵਿਛਾਉਣੀਆਂ, ਮੋਹਰਾਂ ਖੜੀਆਂ ਕਰਕੇ ਵਿਛਾ। ਖੜੀਆਂ ਕਰਕੇ ਮੋਹਰਾਂ ਇੱਕ ਨਾਲ ਇੱਕ ਮੋਹਰ ਸੋਨੇ ਦੀ ਜੋੜ ਕੇ ਉਹ ਗੁਰੂ ਕੇ ਪਿਆਰ ਵਾਲੇ ਟੋਡਰ ਮੱਲ ਨੇ ਉਨੀ ਧਰਤੀ ਖਰੀਦੀ ਜਿੰਨੇ ਥਾਂ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਸਰੀਰ ਰੱਖ ਕੇ ਸੰਸਕਾਰ ਕਰਨਾ ਸੀ। ਇਸ ਕਰਕੇ ਕਿਹਾ ਜਾਂਦਾ ਸਭ ਤੋਂ ਦੁਨੀਆ ਵਿੱਚ ਜੇ ਮਹਿੰਗੀ ਧਰਤੀ ਹੈ ਤੇ ਉਹ ਸਰਹੰਦ ਦੇ ਵਿੱਚ ਸ੍ਰੀ ਜੋਤੀ ਸਰੂਪ ਸਾਹਿਬ ਵਾਲੀ ਧਰਤੀ ਹੈ, ਜਿੱਥੇ ਟੋਡਰ ਮੱਲ ਜੀ ਨੇ ਖੜੀਆਂ ਕਰਕੇ ਮੋਹਰਾਂ ਰੱਖੀਆਂ ਤੇ ਉਹਨਾਂ ਥਾਂ ਲਿਆ। ਤੇ ਫਿਰ ਟੋਡਰ ਮੱਲ ਦੇ ਪਰਿਵਾਰ ਨੇ, ਉਹਨੇ ਤੇ ਉਹਦੇ ਘਰ ਵਾਲੀ ਨੇ ਨਾਲ ਕਹਿੰਦੇ ਕੋਈ ਮਜ਼ਦੂਰ ਲਏ ਸੀ। ਮਾਤਾ ਜੀ ਦਾ ਪਵਿੱਤਰ ਸਰੀਰ ਤੇ ਦੋਹਾਂ ਸਾਹਿਬਜ਼ਾਦਿਆਂ ਦਾ ਪਵਿੱਤਰ ਸਰੀਰ ਉਹ ਚੁੱਕ ਕੇ ਇੱਥੇ ਲਿਆਇਆ ਤੇ ਮੋਹਰਾਂ ਨੂੰ ਵਿਛਾ ਕੇ, ਮੋਹਰਾਂ ਕੋ ਵਿਛਾਏ ਮੋਲ ਲਿਓ ਤਿੰਨ ਥਾਨੀਏ। ਮਾਤਾ ਸਾਹਿਬਜ਼ਾਦੇ ਸੰਗ ਕੀਆ ਸੰਸਕਾਰ तीनों, ਗੁਰਬਾਣੀ ਪੜ ਭਾਣਾ ਮਨ ਧੀਰ ਠਾਨੀਏ। ਮਾਤਾ ਜੀ ਤੇ ਦੋਹਾਂ ਸਾਹਿਬਜ਼ਾਦਿਆਂ ਦਾ ਫਿਰ ਸੰਸਕਾਰ ਕੀਤਾ ਸਰਹੰਦ ਦੇ ਵਿੱਚ ਟੋਡਰ ਮੱਲ ਜੀ ਨੇ, ਤੇ ਗੁਰਬਾਣੀ ਪੜ੍ਹ ਕੇ ਭਾਣਾ ਮੰਨਿਆ, ਧੀਰਜ ਰੱਖੀ ਹੈ। ਤੋ ਐਸਾ ਇਹ ਸਾਡਾ ਇਤਿਹਾਸ ਹੈ। ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਸਾਡੇ ਵਾਸਤੇ ਇਹ ਕੁਰਬਾਨੀਆਂ ਕੀਤੀਆਂ। ਅਸੀਂ ਉਹਨਾਂ ਦੇ ਪਵਿੱਤਰ ਇਤਿਹਾਸ ਤੋਂ ਸਿੱਖਿਆ ਲੈ ਕੇ ਗੁਰੂ ਕੇ ਸਿੰਘ ਸਜੀਏ, ਅੰਮ੍ਰਿਤ ਧਾਰੀ ਹੋਈਏ। ਔਰ ਜੋ ਮਹਾਰਾਜ ਦਾ ਸਿਧਾਂਤ ਹੈ, ਨਾ ਕਿਸੇ ਨੂੰ ਡਰਾਉਣਾ, ਨਾ ਕਿਸੇ ਤੋਂ ਡਰਨਾ। ਆਪ ਨਾ ਡਰੋ ਨਾ ਅਵਰ ਡਰਾਵੋ, ਭੈ ਕਾਹੂ ਕਉ ਦੇਤ ਨਹਿ ਭੈ ਮਾਨ ਤੇ ਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। 13 ਪੋਹ ਵਾਲੇ ਦਿਨ 1704 ਈਸਵੀ ਸਨ, 1761 ਬਿਕਰਮੀ ਸੰਮਤ 13 ਪੋਹ ਨੂੰ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਦੀ ਸ਼ਹਾਦਤ ਹੋਈ। ਤੇ ਉਪਰੰਤ ਫਿਰ ਟੋਡਰ ਮੱਲ ਜੀ ਨੇ ਸੰਸਕਾਰ ਕੀਤਾ। ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ